ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ, ਜੈ ਮਸੀਹ ਦੀ। ਆਪਣੇ ਸੁਣਨ ਵਾਲਿਆਂ ਨੂੰ ਸਭ ਨੂੰ ਸਵਾਗਤ ਕਰਦੇ ਹਾਂ ਬਾਈਬਲ ਸਟੱਡੀ ਦੇ ਵਿੱਚ। ਆਪਾਂ ਪੰਜਾਬੀ ਸੀ ਚਰਚ ਵਿੱਚ ਬੈਠੇ ਹਾਂ ਔਰ ਬਾਈਬਲ ਸਟੱਡੀ ਕਰ ਰਹੇ ਹਾਂ ਜੀ, ਬੁੱਕ ਆਫ ਰੈਵਲੇਸ਼ਨ, ਪ੍ਰਕਾਸ਼ ਦੀ ਪੋਥੀ, ਮੁਕਾਸ਼ਵਾ। ਹਾਂਜੀ, ਅਤੇ ਸਾਡੀਆਂ ਵਰਸ ਬਾਈ ਵਰਸ ਸਾਰੀਆਂ ਅੱਜ ਤਾਂ ਮੁੱਕ ਗਈਆਂ। ਹੁਣ ਆਪਾਂ ਕੁਛ ਜਿਹੜੇ ਜ਼ਰੂਰੀ ਟੌਪਿਕ ਹਨ ਜਿਹੜੇ ਉਹਨਾਂ ਨੂੰ ਐਕਸਪਲੇਨ ਕਰ ਰਹੇ ਹਾਂ ਜੀ। ਅਤੇ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਜੀ ਸਾਮਸ, ਭਜਨ, ਜ਼ਬੂਰ ਪੜ੍ਹਦੇ ਹਾਂ ਜੀ। ਅਤੇ ਆਪਾਂ ਅੱਜ ਪੜ੍ਹਾਂਗੇ 140 ਦੀਆਂ ਪਹਿਲੀਆਂ 40 ਦੀਆਂ ਇਕੱਲਾ 40। ਹਾਂਜੀ, ਸਾਮਸ 40। ਹਾਂਜੀ, ਸਾਮਸ 40, ਜ਼ਬੂਰ 40, ਉਹਦੀਆਂ ਪਹਿਲੀਆਂ 5 ਆਇਤਾਂ। ਉਸ ਵਿੱਚ ਇਸ ਤਰ੍ਹਾਂ ਲਿਖਿਆ ਹੈ, ਉੱਪਰ ਸਿਰਲੇਖ ਜੋ ਹੈ ਯਹੋਵਾ ਲਈ ਉਡੀਕ। ਹਾਂਜੀ, ਉਹਦੇ ਵਿੱਚ ਇਹ ਹੈਗਾ, ਮੈਂ ਲਿਖਿਆ ਹੈਗਾ, ਮੈਂ ਜਿਗਰਾ ਕਰਕੇ ਯਹੋਵਾ ਨੂੰ ਉਡੀਕਿਆ। ਮੈਂ ਜਿਗਰਾ ਕਰਕੇ ਯਹੋਵਾ ਨੂੰ ਉਡੀਕਿਆ ਅਤੇ ਉਸਨੇ ਮੇਰੀ ਵੱਲ ਝੁਕ ਕੇ ਮੇਰੀ ਦੁਹਾਈ ਸੁਣ ਲਈ। ਹਾਂਜੀ, ਉਹਨੇ ਮੈਨੂੰ ਭਿਆਨਕ ਟੋਏ ਵਿੱਚੋਂ, ਸਗੋਂ ਚਿੱਕੜ ਤੇ ਕੁੰਭਣ ਵਿੱਚੋਂ ਕੱਢ ਲਿਆ ਅਤੇ ਮੇਰੇ ਪੈਰਾਂ ਨੂੰ ਚਟਾਨ ਉੱਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਦ੍ਰਿੜ ਕੀਤਾ। ਵਾਹ ਜੀ ਵਾਹ। ਉਸ ਨੇ ਇੱਕ ਨਵਾਂ ਗੀਤ ਮੇਰੇ ਮੂੰਹ ਵਿੱਚ ਪਾਇਆ। ਹਾਂਜੀ, ਅਰਥਾਤ ਸਾਡੇ ਪਰਮੇਸ਼ਰ ਦੀ ਉਸਤਤ ਦਾ। ਪਰਮੇਸ਼ਰ ਦੀ ਉਸਤਤ ਦਾ। ਹਾਂਜੀ, ਬਿਲਕੁਲ ਜੀ। ਉਹਦੇ ਬਹੁਤੇ ਵੇਖਣਗੇ ਅਤੇ ਡਰ ਜਾਣਗੇ ਅਤੇ ਯਹੋਵਾ ਉੱਤੇ ਭਰੋਸਾ ਰੱਖਣਗੇ। ਕਿਆ ਬਾਤ। ਬਹੁਤੇ ਵੇਖਣਗੇ ਅਤੇ ਡਰ ਜਾਣਗੇ ਅਤੇ ਯਹੋਵਾ ਉੱਤੇ ਭਰੋਸਾ ਰੱਖਣਗੇ। ਆਮੇਨ। ਧੰਨ ਹੈ ਉਹ ਪੁਰਸ਼ ਜਿਹੜਾ ਯਹੋਵਾ ਨੂੰ ਆਪਣਾ ਆਸਰਾ ਬਣਾਉਂਦਾ ਹੈ। ਵਾਹ। ਅਤੇ ਹੰਕਾਰੀਆਂ ਅਤੇ ਝੂਠੀਆਂ ਕੁਰਾਹੀਆਂ ਵੱਲ ਰੁਕ ਹੀ ਨਹੀਂ ਸਕਦਾ। ਹਾਂਜੀ, ਠੀਕ ਹੈ। ਹਾਂਜੀ, ਹੇ ਯਹੋਵਾ ਮੇਰੇ ਪਰਮੇਸ਼ਰ, ਤੇਰੇ ਅਚਰਜ ਕੰਮ ਜਿਹੜੇ ਤੂੰ ਕੀਤੇ ਹਨ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਏ ਜਿਹੜੇ ਸਾਡੇ ਲਈ ਹਨ। ਤੇਰਾ ਸ਼ਰੀਕ ਕੋਈ ਨਹੀਂ ਹੈ। ਹਾਂਜੀ, ਤੇਰਾ ਸ਼ਰੀਕ ਕੋਈ ਨਹੀਂ ਹੈ। ਬਿਲਕੁਲ ਜੀ, ਬਿਲਕੁਲ। ਜੇ ਮੈਂ ਉਹਨਾਂ ਨੂੰ ਖੋਲ੍ਹ ਕੇ ਦੱਸਾਂ ਤਾਂ ਉਹ ਲੇਖਿਓਂ ਬਾਹਰ ਹਨ। ਹਾਂਜੀ, ਜੋ ਨੇ ਕੰਮ ਕੀਤੇ ਹਨ ਜੀ, ਵਾਹ, ਲੇਖਿਓਂ ਬਾਹਰ ਗਿਣੇ ਨਹੀਂ ਜਾ ਸਕਦੇ। ਇਸ ਦੇ ਵਿੱਚ ਜਗ੍ਹਾ ਹੀ ਕੋਈ ਨਹੀਂ ਕਿ ਉਹ ਸਾਰੀਆਂ ਗੱਲਾਂ ਬਿਆਨ ਕੀਤੀਆਂ ਜਾਣ। ਬਿਲਕੁਲ ਜੀ, ਦੁਨੀਆ ਦੀਆਂ ਕਿਤਾਬਾਂ 'ਚ ਹੀ ਜਗ੍ਹਾ ਨਹੀਂ ਹੁੰਦੀ। ਹਾਲੇਲੂਇਆ। ਯੈਸ ਸਰ। ਪਰਮੇਸ਼ਰ ਪਿਤਾ, ਆਪ ਮਹਾਨ ਹੋ, ਮਹਾਨ ਪਰਮੇਸ਼ਰ ਹੋ। ਆਪ ਜੀ ਦੀ ਦਇਆ, ਰਹਿਮ, ਕਿਰਪਾ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ। ਸੱਚਮੁੱਚ ਆਪ ਦੇ ਕੰਮਾਂ ਨੂੰ, ਅਚਰਜ ਕੰਮਾਂ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਗਿਣੇ ਹੀ ਨਹੀਂ ਜਾ ਸਕਦੇ। ਪਰਮੇਸ਼ਰ ਪਿਤਾ ਇੰਨੇ ਹਨ। ਪਰਮੇਸ਼ਰ ਪਿਤਾ, ਆਪ ਸਾਡੀ ਜ਼ਿੰਦਗੀਆਂ ਦੇ ਵਿੱਚ ਇੰਨੇ ਕੰਮ ਕਰਦੇ ਹੋ ਔਰ ਸਾਨੂੰ ਪਤਾ ਵੀ ਨਹੀਂ ਕਿੱਥੋਂ ਆਪ ਸਾਨੂੰ ਬਚਾਉਂਦੇ ਹੋ ਔਰ ਸਾਡੇ ਰਾਸਤਿਆਂ ਨੂੰ ਪੱਧਰਾ ਕਰਦੇ ਹੋ। ਪਰਮੇਸ਼ਰ ਪਿਤਾ, ਤਾਂ ਕਿ ਪਰਮੇਸ਼ਰ ਪਿਤਾ ਸਾਨੂੰ ਕੋਈ ਤਕਲੀਫ ਨਾ ਹੋਵੇ। ਆਪ ਦਾ ਸ਼ੁਕਰ ਕਰਦੇ ਹਾਂ। ਹਰ ਇੱਕ ਸਮਾਂ ਪਰਮੇਸ਼ਰ ਪਿਤਾ ਸਾਡੀਆਂ ਜ਼ਿੰਦਗੀਆਂ ਦਾ ਅਸੀਂ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਆਪਣੀ ਬਾਡੀ, ਸਪਿਰਿਟ, ਸੋਲ ਨੂੰ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਪਵਿੱਤਰ ਆਤਮਾ ਜੀ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਇਹ ਸਮਾਂ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ ਪਰਮੇਸ਼ਰ ਪਿਤਾ। ਔਰ ਅਸੀਂ ਅੱਜ ਵਚਨ ਨੂੰ ਪੜ੍ਹਨ ਜਾ ਰਹੇ ਹਾਂ, ਸਿੱਖਣ ਜਾ ਰਹੇ ਹਾਂ, ਬਾਈਬਲ ਸਟੱਡੀ ਕਰਨ ਜਾ ਰਹੇ ਹਾਂ। ਪਰਮੇਸ਼ਰ ਪਿਤਾ, ਆਪ ਜੀ ਦੀ ਮਰਜ਼ੀ ਪੂਰੀ ਹੋਵੇ ਔਰ ਆਪ ਦਾ ਪਵਿੱਤਰ ਆਤਮਾ ਸਾਡੀ ਗਵਾਹੀ ਕਰੇ। ਬ੍ਰਦਰ ਇਕਬਾਲ ਜੀ ਨੂੰ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਜੋ ਕੁਛ ਵੀ ਬੋਲਿਆ ਜਾਵੇ, ਜੋ ਕੁਛ ਵੀ ਪੜ੍ਹਿਆ ਜਾਵੇ, ਜੋ ਕੁਛ ਵੀ ਸੁਣਿਆ ਜਾਵੇ, ਜੋ ਕੁਛ ਵੀ ਸਮਝਿਆ ਜਾਵੇ, ਉਹ ਕੇਵਲ ਤੇ ਕੇਵਲ ਆਪ ਵੱਲੋਂ ਹੋਵੇ। ਪਵਿੱਤਰ ਆਤਮਾ ਜੀ ਆਪ ਵੱਲੋਂ ਹੋਵੇ ਔਰ ਇਸ ਦਾ ਸਾਰਾ ਜਲਾਲ, ਸਾਰੀ ਮਹਿਮਾ ਆਪ ਨੂੰ ਦਿੰਦੇ ਹਾਂ। ਔਰ ਇਹ ਵਚਨ ਨੂੰ ਜੋ ਵੀ ਸੁਣੇ ਉਹ ਬਰਕਤ ਪਾਵੇ ਔਰ ਆਪ ਦੇ ਰਾਜ ਦੇ ਲਈ ਇਹ ਵਚਨ ਇਸਤੇਮਾਲ ਹੋਵੇ, ਕੰਮ ਕਰੇ ਪਰਮੇਸ਼ਰ ਪਿਤਾ, ਔਰ ਬਹੁਤ ਸਾਰਾ ਫਲ ਲੈ ਕੇ ਆਏ। ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ, ਆਮੀਨ, ਆਮੀਨ। ਜੈ ਮਸੀਹ ਜੀ, ਜੈ ਮਸੀਹ ਦੀ, ਜੈ ਮਸੀਹ ਦੀ। ਅਤੇ ਆਪਾਂ ਜੀ ਬਾਈਬਲ ਸਟੱਡੀ ਕਰ ਰਹੇ ਹੈਗੇ ਆ, ਰੈਜ਼ਰੈਕਸ਼ਨ ਦੇ ਉੱਪਰ ਕਰ ਲਈ ਹੈਗੀ ਆ। ਹਾਂਜੀ, ਮੁਰਦਿਆਂ ਦੇ ਜੀ ਉੱਠਣ ਦੀ ਔਰ ਰੈਪਚਰ ਜਿਹੜਾ ਜਦੋਂ ਹੁਣ ਯਿਸੂ ਮਸੀਹ ਜਦੋਂ ਕਹਿੰਦੇ ਨਾ ਮੈਂ ਚੋਰ ਦੀ ਤਰ੍ਹਾਂ ਮੈਂ ਆਉਣਾ ਹੈ, ਉਹ ਜਿਹੜੀ ਆਮਦ ਜਿਹੜੀ ਬੱਦਲਾਂ ਤੱਕ ਹੈਗੀ ਆ ਉਹਨਾਂ ਦਾ ਥਾਂ। ਹਾਂਜੀ, ਅਤੇ
ਉਹ ਜਦੋਂ ਮਤਲਬ ਉਹਨੇ ਬੱਦਲਾਂ ਤੱਕ ਆਉਣਾ, ਆਪਣੀ ਚਰਚ ਨੂੰ ਲੈਣ ਆਉਣਾ ਆ, ਆਪਣੀ ਦੁਲਹਨ ਨੂੰ ਲੈਣ ਆਉਣਾ ਆ। ਹਾਂਜੀ। ਜੀ ਤੇ ਜਿਹੜੇ ਮਤਲਬ ਆਪਾਂ ਹੁਣ ਅੱਜ ਆਪਾਂ ਜੀਂਦੇ ਹੈਗੇ ਆ, ਔਰ ਜਦੋਂ ਆਪਾਂ ਬਚਪਨ ਵਿੱਚ ਦੇਖਿਆ ਸੀਗਾ, ਅੱਜ ਆਪਾਂ ਜੀਂਦੇ ਯਿਸੂ ਮਸੀਹ ਅੱਜ ਆ ਜਾ, ਇਸ ਸਮੇਂ ਆ ਜਾ, ਇੱਕਦਮ ਅਸੀਂ ਸਰੀਰ ਸਾਡੇ ਬਦਲ ਜਾਣੇ ਆ, Amen. ਅਸੀਂ ਬੱਦਲਾਂ ਤੱਕ ਉੱਥੇ ਪਹੁੰਚ ਜਾਣਾ ਯਿਸੂ ਨੂੰ ਮਿਲਣ। ਔਰ ਉਸ ਤੋਂ ਪਹਿਲਾਂ ਜਿਹੜੇ ਆਲਰੇਡੀ ਯਿਸੂ ਮਸੀਹ ਵਿੱਚ ਛੱਡ ਚੁੱਕੇ ਆ ਇਸ ਸੰਸਾਰ ਨੂੰ, ਮਸੀਹ ਜਿਹੜੇ ਮਰ ਚੁੱਕੇ ਆ, ਉਹਨਾਂ ਨੂੰ ਆਲਰੇਡੀ ਉੱਥੇ ਸਾਡੇ ਤੋਂ ਪਹਿਲਾਂ ਉਹਨਾਂ ਨੂੰ ਨਵਾਂ ਬਦਨ ਉਹ ਮਿਲ ਜਾਣਾ, ਔਰ ਇੱਕ ਸਾਰੀ ਯਿਸੂ ਦੀ ਦੁਲਹਨ ਯਿਸੂ ਦੇ ਕੋਲ ਆ ਜਾਣੀ। ਹਾਂਜੀ। ਤੇ ਇਹ ਰੈਪਚਰ ਹੋ ਗਿਆ ਤੇ ਰੈਜ਼ਰੈਕਸ਼ਨ ਹੋ ਗਈ। ਹਾਂਜੀ, ਮੁਰਦਿਆਂ ਤੋਂ ਜਿਹੜਾ ਜੀ ਉੱਠਣਾ ਕਹਿੰਦੇ ਹੈਗੇ ਆ, ਤੇ ਇਹ ਹੋ ਗਿਆ। ਤੇ ਜਦੋਂ ਫਿਰ ਯਿਸੂ ਮਸੀਹ ਨੇ, ਫਿਰ ਆਪਾਂ ਹੁਣ ਦੋ ਚੀਜ਼ਾਂ ਦੇਖਣੀਆਂ ਜੀ। ਇੱਕ ਅੱਛਾ ਜੀ। ਉੱਪਰ ਜਦੋਂ ਲੈ ਗਿਆ ਯਿਸੂ ਮਸੀਹ ਆਪਣੀ ਚਰਚ ਨੂੰ, ਠੀਕ ਹੈ, ਬੱਦਲਾਂ ਤੱਕ। ਹਾਂਜੀ, ਉੱਥੇ ਵੀ ਕੁਝ ਉਹਨੇ ਕਰਨਾ, ਉਹਨਾਂ ਨਾਲ ਕੀ ਹੋਣਾ ਤੇ ਥੱਲੇ ਕੀ ਹੋਣਾ। ਪਹਿਲਾਂ ਆਪਾਂ ਦੇਖਦੇ ਉੱਪਰ ਜਿਹੜਾ ਹੋਣਾ, ਉਸ ਤੋਂ ਬਾਅਦ ਜਦੋਂ ਚਰਚ ਨੂੰ ਲੈ ਗਿਆ ਯਿਸੂ ਮਸੀਹ, ਔਰ ਉਹ ਅੱਜ ਵੀ ਹੋ ਸਕਦਾ, ਕਿਸੇ ਟਾਈਮ ਵੀ ਹੋ ਸਕਦਾ। ਉਸ ਤੋਂ ਬਾਅਦ ਫਿਰ ਉਹਨਾਂ ਦਾ ਕੀ ਹੋਏਗਾ ਜੀ, ਉਹ ਮਸੀਹਾਂ ਦਾ, ਕ੍ਰਿਸਚੀਅਨ ਜਿਹੜੇ ਲੋਕ ਬਲੀਵਰ ਵਿਸ਼ਵਾਸੀਆਂ ਦੇ ਲਈ ਆਪਾਂ ਗੱਲ ਕਰ ਰਹੇ ਹਾਂ। ਹਾਂਜੀ। ਜੈ ਮਸੀਹ ਜੀ। ਜੈ ਮਸੀਹ ਜੀ। ਬਹੁਤ ਵਧੀਆ ਸਵਾਲ ਹੈਗਾ। ਪਹਿਲਾ ਥੈਸਲਨੀਕੀਆਂ 4 ਦੀ 16 ਤੇ 17 ਜਦੋਂ ਅਸੀਂ ਪੜ੍ਹਨੇ ਆ, ਵੈਸੇ ਪੜ੍ਹ ਹੀ ਦਿਓ, ਠੀਕ ਹੈ ਜੀ, ਕਿ ਕਿੰਜ ਪ੍ਰਭੂ ਯਿਸੂ ਮਸੀਹ ਜਿਹੜੇ ਨੇ ਉਹ ਇੱਕ ਦੂਤ ਲਲਕਾਰੇਗਾ ਤੇ ਪਰਮੇਸ਼ਵਰ ਦੀ ਤੁਰੀ ਜਾਂ ਨਰਸਿੰਗੇ ਦੀ ਆਵਾਜ਼ ਦੇ ਨਾਲ ਉਹ ਆਣਗੇ। ਠੀਕ ਹੈ। ਹਾਂਜੀ। ਤੇ ਇਹਨੂੰ ਜ਼ਰਾ ਪੜ੍ਹ ਦਿਓ 16 ਤੇ 17। ਹਾਂਜੀ, ਆਪਾਂ ਪੜ੍ਹਦੇ ਹਾਂ ਜੀ, ਪਹਿਲਾ ਥੈਸਲਨੀਕੀਆਂ 4 ਦੀ 16 ਤੇ 17। ਇਸ ਵਿੱਚ ਲਿਖਿਆ ਹੈ, ਇਸ ਲਈ ਜੋ ਪ੍ਰਭੂ ਆਪ ਲਲਕਾਰੇ ਨਾਲ, ਮਹਾਦੂਤ ਦੀ ਆਵਾਜ਼ ਨਾਲ ਜੀ, ਅਤੇ ਪਰਮੇਸ਼ਰ ਦੀ ਤੁਰੀ ਨਾਲ ਸੁਰਗ ਤੋਂ ਉਤਰੇਗਾ ਜੀ, ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾਂ ਜੀ ਉਠਣਗੇ। ਮਤਲਬ ਉਹਨਾਂ ਨੂੰ ਨਵਾਂ ਸਰੀਰ ਮਿਲ ਜਾਏਗਾ। ਜੀ ਉਠਣਗੇ। ਹਾਂਜੀ। ਹਾਂਜੀ ਜੀ। ਹਾਂਜੀ, ਇਹਦਾ ਮਤਲਬ ਜੀ ਉਠਣਗੇ ਦਾ ਮਤਲਬ, ਇਹਦਾ ਮਤਲਬ ਇਹ ਨਹੀਂ ਹੈਗਾ ਉਹ ਖਾਲੀ ਹੁਣ ਕਬਰਾਂ 'ਚ ਹੀ ਪਏ ਆ, ਮਤਲਬ। ਹਾਂਜੀ। ਤੇ ਇਹਨੂੰ ਵੀ ਥੋੜਾ ਜਿਹਾ ਤੁਸੀਂ ਐਕਸਪਲੇਨ ਕਰ ਦਿਓ। ਠੀਕ ਹੈ। ਹਾਂਜੀ, ਠੀਕ ਹੈ। ਹਾਂਜੀ। ਤੇ 17ਵੀਂ, ਉਹ ਸੌਰੀ, ਹਾਂਜੀ। ਹਾਂਜੀ, 17 ਦੇ ਵਿੱਚ ਲਿਖਿਆ ਹੈਗਾ, ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ, ਜਿਹੜੇ ਅਸੀਂ ਜਿਉਂਦੇ ਅਤੇ ਬਾਕੀ ਰਹਿੰਦੇ ਹੈਗੇ, ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ। ਜਿਹੜੇ ਜੀਂਦੇ ਆ। ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਸੰਗ ਰਵਾਂਗੇ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਪ੍ਰਭੂ ਦੇ ਵਚਨ ਦੇ ਪੜ੍ਹੇ ਜਾਣੇ ਤੇ ਉਹਦੀ ਬਰਕਤ। ਹਾਲੇਲੂਇਆ, ਬਰਕਤ ਰਹੇ। ਹਾਂਜੀ। ਇਹ ਜਿਹੜੀ 2 ਵਰਸਿਸ ਨੇ, ਇਹਦੇ 'ਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਕਿੱਥੇ ਆਏਗਾ, ਬੱਦਲਾਂ ਤੱਕ। ਤੇ ਫਿਰ ਕੀ ਹੋਣਾ, ਉਹ ਜਿਹੜੇ ਇੱਕ ਲਲਕਾਰ ਹੋਏਗੀ, ਇੱਕ ਦੂਤ ਜਿਹੜਾ ਹੈ ਉਹ ਆਵਾਜ਼ ਦੇਗਾ ਤੇ ਫਿਰ ਤੁਰੀ ਵਜੇਗੀ। ਕਿਉਂਕਿ ਯਹੂਦੀ ਦਸਤੂਰ ਦੇ ਮੁਤਾਬਿਕ ਇਹ ਤੁਰੀ ਨਰਸਿੰਗਾ, ਟਰੰਪਟ ਦਾ ਬੜਾ ਮਾਇਨੀ ਨੇ। ਠੀਕ ਹੈ। ਜਦੋਂ ਮਾਰਚ ਕਰਦੇ ਸਨ, ਜਦੋਂ ਜੰਗ ਲਈ ਜਾਂਦੇ ਸਨ, ਹੈ ਨਾ, ਇਸ ਲਈ। ਤੇ ਇਹ ਤੁਰੀ ਜਿਹੜੀ ਹੈ ਟਰੰਪਟ, ਨਰਸਿੰਗਾ, ਔਰ ਇਹਦੇ ਨਾਲ ਹੀ ਯਿਸੂ ਆਏਗਾ। ਔਰ ਉਦੋਂ ਇਹ ਹੋਏਗਾ, ਉਹ ਆਵਾਜ਼ ਜਿਹੜੀ ਹੈ ਦੂਤ ਦੇਗਾ, ਔਰ ਇਹਦੇ ਵਿੱਚ ਹੀ ਉਹ ਲੋਕ ਜਿਹੜੇ ਮਸੀਹ ਵਿੱਚ ਨੇ ਉਹ ਜੀ ਉਠਣਗੇ। ਯਾਨੀ ਅਗਰ ਉਹਨਾਂ ਦਾ ਸਰੀਰ ਇਹ ਤੇ ਮਿੱਟੀ 'ਚ ਮਿਲ ਜਾਏਗਾ, ਅਗਰ ਸਾੜ ਦਿੱਤਾ ਹੈ ਜਾਂ ਕੁਝ ਵੀ ਹੋ ਗਿਆ, ਮਤਲਬ ਆ ਜਿਹੜਾ ਸਰੀਰ ਨਾਸ਼ਵਾਨ ਹੈ, ਉਹ ਨਵਾਂ ਸਰੀਰ ਉਹ ਨਾਸ਼ਵਾਨ ਜੀ, ਇਹ ਸਰੀਰ, ਇਹ ਵਾਲੇ ਸਰੀਰ ਮਿੱਟੀ ਸ਼ੀਚੀ ਫਿਰ ਇਕੱਠੇ ਹੋਣਗੇ। ਜਿਸ ਤਰ੍ਹਾਂ ਹਿਸਕੀਆ ਨੇ ਦੇਖਿਆ ਸੀ ਨਾ ਕਿ ਉਹ ਹੱਡੀਆਂ 'ਚ ਮਾਸ ਆਇਆ ਤੇ ਕੋਈ ਕਿੱਧਰ। ਸੋ ਇਹ ਜਦੋਂ ਇਕੱਠੇ ਹੋ ਜਾਣਗੇ ਤੇ ਪਾਲੂਸ ਕਹਿੰਦਾ ਪਹਿਲੇ ਉਹ ਜਿਹੜੇ ਮਸੀਹ 'ਚ ਨੇ ਉਹ ਜੀ ਉਠਣਗੇ। ਮੀਨਸ ਉਹਨਾਂ ਦੇ ਉਹੀ ਸਰੀਰ ਜਿਹੜੇ ਨੇ ਉਹ ਇਕੱਠੇ ਹੋ ਕੇ ਜੀ ਉਠਣਗੇ। ਠੀਕ ਹੈ। ਹੁਣ ਇੱਥੇ ਕੰਮ, ਪਹਿਲਾ ਸਟੈਪ ਕੀ ਹੋਏਗਾ
ਫਿਲਿੱਪੀਆਂ 3 ਦੀ 20 ਤੇ 21 ਦੇ ਵਿੱਚ ਵੇਖੋ ਕਿ ਉਹ ਜਿਹੜੇ ਜੀ ਉਠੇ ਰੈਜ਼ੋਰੈਕਟਡ ਬਾਡੀਜ਼ ਨੇ, ਜੀ ਉਠੇ ਜਿਹੜੇ ਸਰੀਰ ਨੇ, ਬਦਨ ਨੇ, ਉਹਨਾਂ ਦੀ ਸ਼ਕਲ ਦੇਖੋ ਨਾ, ਉਹਨਾਂ ਦੀ ਸ਼ਕਲ ਬਦਲ ਕੇ ਪ੍ਰਭੂ ਯਿਸੂ ਮਸੀਹ ਜਿਹੜਾ ਹੈ ਨਾ, ਉਹ ਆਪਣੀ ਸੂਰਤ ਤੇ ਆਪਣੇ ਦੇਹ ਜਿਹੜਾ ਉਹਨਾਂ ਦਾ ਹੁਣ ਹੈ ਗਲੋਰੀਫਾਈ ਬਾਡੀ ਦੇ ਵਿੱਚ ਤਬਦੀਲ ਕਰ ਦੇ। ਠੀਕ ਹੈ, ਇਹ ਹੁਣ ਸਮਝ ਗਏ, ਉੱਠ ਗਏ, ਪਹਿਲੇ ਤੇ ਮਰ ਗਏ ਨੇ, ਉਹ ਉੱਠੇ, ਉਹਨਾਂ ਦੀ ਬਦਲ। ਔਰ ਫਿਰ ਪਾਲੂਸ ਕਹਿ ਰਿਹਾ ਹੈ ਕਿ ਫਿਰ ਅਸੀਂ ਜਿਹੜੇ ਜੀਂਦੇ ਹੋਵਾਂਗੇ ਉਹਨਾਂ ਦੇ ਨਾਲ ਮਿਲ ਕੇ ਇਸ ਤਰ੍ਹਾਂ ਹਵਾ ਦੇ ਵਿੱਚ ਯਾਨੀ ਬਦਲਾਂ ਤੇ ਯਿਸੂ ਦਾ ਇਸਤਕਬਾਲ ਕਰਾਂਗੇ, ਅਸੀਂ ਕਰਾਂਗੇ। ਅੱਛਾ, ਇਹਦੇ ਵਿੱਚ ਹੁਣ ਇੱਕ ਬੜੀ ਖਾਸ ਗੱਲ ਇਹ ਵੇ ਕਿ ਜਿਉਂ ਹੀ ਇਹ ਜਿਹੜੇ ਜੀਂਦੇ ਹੋਣਗੇ, ਪਹਿਲਾ ਕਰੰਥੀਆਂ 15 ਦੀ 50 ਤੋਂ 52 ਦੇ ਵਿੱਚ ਉਹ ਕਹਿੰਦਾ ਭਾਈਓ ਇੱਕ ਭੇਤ ਜਿਹੜਾ ਹੈ, ਭੇਤ ਦੀ ਗੱਲ ਮੈਂ ਤੁਹਾਨੂੰ ਦੱਸਣਾ ਕਿ ਅਸੀਂ ਸਾਰੇ ਤੇ ਨਹੀਂ ਮਰਾਂਗੇ, ਲੇਕਿਨ ਜਦੋਂ ਉਹ ਦੱਸ ਰਿਹਾ ਹੈ ਕਿ ਅਸੀਂ ਬਦਲ ਜਾਵਾਂਗੇ, ਸਰੀਰ ਸਾਡੇ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦਾ ਸਰੀਰ ਗਲੋਰੀਫਾਈ ਹੋ ਗਿਆ ਸੀ। ਸੋ ਪਹਿਲਾ ਸਟੈਪ ਇਹ ਹੋਣਾ ਹੈ ਕਿ ਸਾਡੇ ਜੀ ਉਠੇ ਬਦਨ ਜਾਂ ਜਿਹੜੇ ਜੀਂਦੇ ਹੋਣਗੇ ਉਹ ਬਦਲੇ ਜਾਣਗੇ। ਠੀਕ ਹੈ, ਉਹ ਬਦਲ ਦਿੱਤੇ ਜਾਣਗੇ। ਠੀਕ ਹੈ, ਔਰ ਯਿਸੂ ਆਪਣੇ ਤੇਜ ਜਲਾਲ ਦੀ ਬਦਨ ਦੀ ਵਰਗਾ ਉਹਨਾਂ ਨੂੰ ਬਣਾ ਦੇਗਾ। ਇਹ ਆਇਤ ਪੜ੍ਹ ਦਿਓ, ਇਹ ਪਹਿਲਾ ਸਟੈਪ ਹੋਣਾ ਹੈ। ਕਿਹੜਾ ਪਹਿਲਾ ਗ੍ਰੰਥੀ 15 ਦੀ ਫਿਲਿੱਪੀਆਂ 3 ਦੀ 20 21 ਹਾਂ, ਇਹ ਪਹਿਲਾ ਸਟੈਪ ਹੋ ਜਾਣਾ। ਠੀਕ ਹੈ, ਹਾਂਜੀ ਆਪਾਂ ਪੜ੍ਹਦੇ ਹਾਂ ਜੀ। ਫਿਲਿੱਪੀਆਂ 3 ਦੀ 20 ਤੇ 21 ਵਿੱਚ ਇਸ ਤਰ੍ਹਾਂ ਲਿਖਿਆ ਹੈ, ਹਾਲੇਲੂਇਆ। ਕਿਉਂ ਜੋ ਅਸੀਂ ਸੁਰਗ ਦੀ ਪ੍ਰਜਾ ਹਾਂ, ਅਸੀਂ ਸੁਰਗ ਦੀ ਪ੍ਰਜਾ ਹਾਂ, ਜਿੱਥੋਂ ਅਸੀਂ ਇੱਕ ਮੁਕਤੀ ਦਾਤੇ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ। ਠੀਕ ਹੈ, ਬਿਲਕੁਲ ਜੀ, ਆਪਾਂ ਉਸ ਦੀ ਉਡੀਕ ਕਰਦੇ ਹਾਂ, ਕਰਨੀ ਚਾਹੀਦੀ ਹੈ। ਹਾਂ, ਹਾਂਜੀ। ਔਰ ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹਦੇ ਨਾਲ ਉਹ ਸਭਨਾ ਵਸਤਾਂ ਨੂੰ ਆਪਣੇ ਵਸ ਵਿੱਚ ਕਰ ਸਕਦਾ ਹੈ, ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈ ਬਣਾਵੇਗਾ। ਹਾਂ, ਸੋ ਉਹ ਬਦਨ ਜਿਹੜੇ ਸਾਡੇ ਤੁਹਾਡੇ ਹੋਣਗੇ ਉਹ ਇਕੱਠੇ ਹੋ ਜਾਣਗੇ। ਅਗਰ ਸਮੁੰਦਰ ਵਿੱਚ ਨੇ, ਜਿੱਥੇ ਵੀ ਨੇ, ਉਹ ਦੇਖੋ ਜੀ, ਇਹ ਇਕੱਠੇ ਹੋ ਜਾਣਗੇ। ਜੇ ਹੁਣ ਕਈਆਂ ਨੂੰ ਸਾੜ ਦਿੱਤਾ ਜਾਂ ਕੁਝ ਵੀ ਹੋ ਗਿਆ, ਮਿੱਟੀ ਬਣ ਗਿਆ, ਤੇ ਉਹ ਸਰੀਰ ਤਾਂ ਮਿੱਟੀ ਦਾ ਹੋਣਾ ਨਹੀਂ ਹੈਗਾ, ਤੇ ਉਹ ਮਿੱਟੀ ਨੂੰ ਇਕੱਠੇ ਕਰਨ ਦਾ ਕੀ ਹੈਗਾ? ਇਹ ਉਹਦੀ ਕੁਦਰਤ। ਇੱਥੇ ਲਫ਼ਜ਼ ਹੈ ਕਿ ਉਹ ਆਪਣੀ ਸ਼ਕਤੀ ਦੇ ਨਾਲ ਉਹ ਸਾਰੇ ਬਦਨ ਇਕੱਠੇ ਹੋ ਜਾਣਗੇ। ਠੀਕ ਹੈ, ਔਰ ਉੱਤੇ ਜਦੋਂ ਚੁੱਕੇ ਜਾਣਗੇ ਉਹ ਹੀ ਬਦਨ, ਭਾਵੇਂ ਜਿੱਥੇ ਵੀ ਨੇ ਮੱਛੀਆਂ ਖਾ ਲਿਆ, ਜਿੰਨੇ ਵੀ ਖਾ ਲਿਆ, ਉਹ ਸਾਰੇ ਇਕੱਠੇ ਹੋ ਜਾਣਗੇ। ਅੱਛਾ, ਤੇ ਹੁਣ ਇਸ ਸਮੇਂ ਜਿਹੜੇ ਹੁਣ ਮਰ ਗਏ ਹੈਗੇ, ਮਤਲਬ ਉਹ ਹਾਲੇ ਮਿੱਟੀ ਵਿੱਚ ਹੀ ਉੱਥੇ ਪਏ ਆ ਜਾਂ ਉਹ ਯਿਸੂ ਦੇ ਕੋਲ ਚਲੇ ਗਏ? ਇਹ ਦੇਖੋ, ਜਿਹੜੇ ਤੇ ਯਿਸੂ 'ਚ ਨੇ ਉਹਨਾਂ ਦੀਆਂ ਡੈਸਟੀਨੇਸ਼ਨ, ਦੂਸਰਾ ਕਰੰਥੀਆਂ 5 ਦੀ 8, ਸਾਡੀ ਸੈਕੰਡ ਕਰੰਥੀਆਂ ਚੈਪਟਰ 5 ਵਰਸ 8, ਯਾਨੀ ਉਹਨਾਂ ਦੀ ਡੈਸਟੀਨੇਸ਼ਨ ਮੰਜ਼ਿਲ ਕੀ ਹੈਗੀ ਹੈ। ਔਰ ਇਹ ਹਰ ਬਲੀਵਰ ਨੂੰ ਪਤਾ ਹੋਣਾ ਚਾਹੀਦਾ ਹੈ। ਜਿਉਂਦਿਆਂ ਜਦੋਂ ਜ਼ਿੰਦਾ ਵੇ ਉਹਨੂੰ ਪਤਾ ਹੋਣਾ ਚਾਹੀਦਾ ਮਰਨ ਤੋਂ ਬਾਅਦ ਮੈਂ ਜਾਣਾ ਕਿੱਥੇ ਵੇ। ਠੀਕ ਹੈ, ਦੂਸਰਾ ਕਰੰਥੀਆਂ 5 ਦੀ 8 'ਚ ਲਿਖਿਆ ਕਿ ਸਾਡੀ ਖਾਤਰ ਜਮਾ ਹੈ, ਸਾਨੂੰ ਇਸ ਇਹ ਜਿਹੜੇ ਇਸ ਸਰੀਰ ਨੂੰ ਛੱਡ ਕੇ ਯਿਸੂ ਕੋਲ ਜਾਣਾ। ਠੀਕ ਹੈ, ਫਿਲਿੱਪੀਆਂ 1:23 'ਚ ਲਿਖਿਆ ਹੈ, ਫਿਲਿਪੀਨਸ ਚੈਪਟਰ 1:23 'ਚ। ਠੀਕ ਹੈ, ਕਿ ਲਿਖਿਆ ਹੈ ਕਿ ਮੇਰਾ ਜੀ ਚਾਹੁੰਦਾ ਹੈ ਕਿ ਮੈਂ ਕੂਚ ਕਰਕੇ ਯਾਨੀ ਇਸ ਸਰੀਰ ਨੂੰ ਛੱਡ ਕੇ ਯਿਸੂ ਕੋਲ ਪਹੁੰਚ ਜਾ। ਜੀ ਕੋਈ ਗੱਲ ਨਹੀਂ। ਫਿਲਿੱਪੀਆਂ, ਕਿਉਂਕਿ ਹੋ ਸਕਦਾ ਕਿਸੇ ਨੂੰ ਭੁਲੇਖਾ ਰਵੇ, ਅਸੀਂ ਉਹਨਾਂ ਚਿਰ ਖਰੇ ਮਿੱਟੀ 'ਚ ਹੀ ਰਹਿਣਾ ਆ, ਸਾਡੀ ਤੇ ਆਪਣੀ ਜਿਹੜੀ ਕਿੱਥੇ ਜਾਣਾ ਅਸੀਂ ਨਾ, ਇਹਦਾ ਮਤਲਬ ਇਹ ਮਿੱਟੀ ਸਾਡੀ ਸਪਿਰਿਟ ਤੇ ਸੋਲ ਕਿੱਥੇ ਜਾਣਾ ਹੈ ਨਾ, ਸਰੀਰ ਇੱਥੇ ਹੀ ਰਹਿ ਜਾਏਗਾ, ਆਤਮਾ ਦੇ ਪ੍ਰਾਣ ਉੱਤੇ ਹੋਣਗੇ। ਹਾਂ, ਇਸ ਗੱਲ ਨੂੰ ਆਪਾਂ ਕਿੱਥੇ ਪੜ, ਜਿੱਥੇ ਯਿਸੂ ਹਾਂਜੀ, ਯਿਸੂ ਕਿੱਥੇ ਵੇ? ਪਿਤਾ ਦੇ ਸੱਜੇ ਹੱਥ ਤੇ ਵੇ। ਹਾਂਜੀ, ਤੇ ਅਸੀਂ ਵੀ ਉਹਦੇ ਨਾਲ ਹੀ ਹੋਵਾਂਗੇ। ਹਾਲੇਲੂਇਆ। ਹਾਂ, ਹਾਂਜੀ। ਫਿਲਿੱਪੀਆਂ 1 ਦੀ ਤੁਸੀਂ 23 'ਚ ਹੈ ਨਾ? ਹਾਂਜੀ। ਔਰ ਦੂਸਰਾ ਕਰੰਥੀਆਂ 5 ਦੀ 8 ਕਹੀ ਸੀ ਜੀ। ਹਾਂ, ਜਿਹੜੇ ਵੀ ਤੁਸੀਂ ਹਾਂ, ਆਪਾਂ ਦੋਨੇ ਦੇਖ ਲੈਂਦੇ ਹਾਂ ਜੀ। ਨਹੀਂ, ਬਹੁਤ ਅੱਛਾ ਕਰ ਰਹੇ ਹੋ। ਸਾਨੂੰ ਕਲੀਅਰ ਹੋਣਾ ਚਾਹੀਦਾ। ਹਾਂ, ਅਸੀਂ ਕੀ ਕਰਨਾ ਹੈ, ਬਾਈਬਲ
ਖੁਦਾ ਦਾ ਕਲਾਮ ਕਲੀਅਰ ਕਰ। ਹਾਂਜੀ, ਤੇ ਪਹਿਲਾ ਫਿਲਿੱਪੀਆਂ 1:23 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈਗਾ, ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆ ਹਾਂ। ਮੈਂ ਚਾਹੁੰਦਾ ਹਾਂ ਕਿ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾ। ਕਿੰਨੀ ਉਮੀਦ ਹੈ। ਹਾਂ, ਕਿੰਨੀ ਜੀ। ਇਸ ਲਈ ਜੋ ਇਹ ਬਹੁਤ ਹੀ ਉੱਤਮ ਹੈ। ਹਾਂ, ਹਾਂਜੀ, ਠੀਕ ਹੈ। ਤੇ ਹਾਂਜੀ, ਤੇ ਇੱਥੋਂ ਵੀ ਹਾਂਜੀ ਪਤਾ ਲੱਗਦਾ ਹੈ ਮਸੀਹ ਦੇ ਕੋਲ ਜਾਣਾ ਚਾਹੁੰਦਾ ਆ। ਉਹ ਕਹਿੰਦਾ ਮੈਂ ਛੁਟਕਾਰਾ ਪਾਵਾਂ, ਤੇ ਉਹ ਇਹ ਤੋਂ ਸਿੱਧਾ ਉੱਥੇ ਜਾਣਾ ਫੇਰ ਵੀ ਹੋ ਸਕਦਾ। ਉਹ ਜਿਹੜਾ ਕੋਈ ਫੇਰ ਵੀ ਸੋਚੇ ਮਿੱਟੀ 'ਚ ਬੈਠਾ ਵੀ, ਉਹ ਜਦੋਂ ਬਾਅਦ ਵਿੱਚ ਕਹਿ ਰਿਹਾ ਜਦੋਂ ਮਿੱਟੀ 'ਚ ਜਾਏਗਾ ਮਰਨ ਤੋਂ ਬਾਅਦ ਵੀ ਛੁਟਕਾਰਾ ਪਾਵਾਂ, ਹੋਰ ਵੀ ਕੋਈ ਆਇਤਾਂ ਹੋ ਜਾਣਾ, ਸਿੱਧਾ ਅਸੀਂ ਉੱਥੇ ਜਾਣਾ। ਦੇਖੋ ਗੱਲ ਇਹ ਹੈ ਕਿ ਦੂਜਾ ਗ੍ਰੰਥੀ 5 ਦੀ ਤੂੰ ਛੱਡ ਗਿਆ ਸੀ 5 ਦੀ 8। ਹਾਂ ਹਾਂ ਹਾਂ, ਹਾਂਜੀ, ਉਹ ਪੜ੍ਹ ਜੀ। ਦੂਜਾ ਗ੍ਰੰਥੀਆਂ ਜੀ 5 ਦੀ 8। ਹਾਂਜੀ ਜੀ, ਦੂਜਾ ਗ੍ਰੰਥੀਆਂ 5 ਦੀ 8 ਦੇ ਵਿੱਚ ਇਸ ਲਿਖਿਆ ਹੈ, ਅਸੀਂ ਹੌਸਲਾ ਰੱਖਦੇ ਹਾਂ ਅਤੇ ਇਹ ਚਾਹੁੰਦੇ ਹਾਂ ਕਿ ਦੇਹੀ ਦਾ ਘਰ ਛੱਡ ਦਈਏ ਅਤੇ ਪ੍ਰਭੂ ਕੋਲ ਜਾ ਵਸੀਏ। ਹਾਂਜੀ, ਹਾਲੇਲੂਇਆ। ਆਹ ਬਿਲਕੁਲ ਛੱਡ ਕੇ ਪ੍ਰਭੂ ਕੋਲ ਜਾਣਾ। ਸਾਹਿਬ ਦੇਹੀ ਦਾ ਆਹ ਘਰ ਛੱਡ ਕੇ ਪ੍ਰਭੂ ਦੇ ਕੋਲ ਜਾ ਵਸੀਏ। ਜੀ, ਇਬਰਾਨੀਓ 12 ਦੀ 21 ਤੋਂ 23 ਦੇ ਵਿੱਚ ਵੀ ਇਹ ਭੇਤ ਖੁੱਲਿਆ ਹੈ। ਆਪਣੀ 12 ਦੀ 21 ਤੋਂ 23, Hebrew chapter 12 verses 21 to 23 ਤੇ Revelation chapter 6 verse 9 to 11, ਯਾਨੀ ਪ੍ਰਕਾਸ਼ ਦੀ ਪੋਥੀ ਮਕਾਸ਼ਫਾ 6 ਦੀ 9 ਤੋਂ 11। ਠੀਕ ਹੈ ਜੀ, ਇਹ ਵੀ ਆਪਾਂ ਪੜ੍ਹੇ ਦਈਏ। ਹਾਂਜੀ, ਦੇਖ ਲਓ, ਤੁਸੀਂ ਹਵਾਲੇ ਹੋਰ ਮੰਗੇ ਨੇ ਤਾਂ ਕਿ ਤਸੱਲੀ। ਸੋ ਉਹਨਾਂ ਦੀ ਉਹਨਾਂ ਦੀ ਆਤਮਾ ਪ੍ਰਾਣ ਉੱਤੇ, ਲੇਕਿਨ ਜਦੋਂ ਯਿਸੂ ਆਏਗਾ ਜਿਹੜੇ ਤੇ ਉੱਤੇ ਨੇ ਉਹਨਾਂ ਨੂੰ ਨਾਲ ਲੈ ਕੇ ਆਏਗਾ ਬਦਲਾਂ ਤੱਕ। ਜਿਹੜੇ ਮਰ ਗਏ ਨੇ ਉਹ ਜੀ ਉੱਠਣਗੇ, ਜਿਹੜੇ ਜਿਉਂਦੇ ਜ਼ਿੰਦਾ ਨੇ ਉਹ ਉਹਨਾਂ ਦੇ ਨਾਲ ਮਿਲ ਕੇ ਉੱਥੇ ਉਹਨਾਂ ਨੂੰ ਵੀ ਗਲੋਰੀਫਾਈ ਬਾਡੀ ਮਿਲਣੀ ਹੈ। ਜਿਹੜੇ ਪਹਿਲੇ ਪਹੁੰਚ ਗਏ ਨੇ, ਜਿਹੜੇ ਮਤਲਬ ਹੈ, ਠੀਕ ਹੈ, ਮਤਲਬ ਹੈ ਉਹ ਹੀ ਜਿਹੜੇ ਮਰ ਗਏ ਪਹੁੰਚ ਗਏ, ਉਹਨਾਂ ਦੀ ਬਾਡੀਜ਼ ਉਹਨਾਂ ਦੇ ਅੱਗੇ ਆ ਜਾਣਗੀਆਂ ਸਾਰਿਆਂ ਅੱਗੇ। ਉਹਦੇ ਵਿੱਚ ਫਿਰ ਅੱਗੇ ਸਟੈਪ ਨੇ ਕਿ ਉਹ ਕੀ ਕਰੇਗਾ। ਸੋ ਪਹਿਲਾਂ ਇਹ ਵੇ ਕਿ ਉਹਨਾਂ ਸਾਰਿਆਂ ਨੂੰ, ਜਾਂ ਜਿਹੜੇ ਅਸੀਂ ਜ਼ਿੰਦਾ ਹੋਵਾਂਗੇ ਸਾਰਿਆਂ ਨੂੰ ਜਲਾਲੀ ਬਦਲ ਮਿਲ। ਸੌਰੀ, ਮੈਂ ਥੋੜਾ ਜਿਹਾ ਤਾਂ ਇਹਦੇ ਨੂੰ ਲੰਬਾ ਖਿੱਚ ਬਹੁਤ ਅੱਛਾ ਹੈ, ਕਿਉਂਕਿ ਇਹ ਨਾ ਕਿਸੇ ਦੇ ਮਨ ਵਿੱਚ ਭੁਲੇਖਾ ਰਹੇ ਵੀ ਅਸੀਂ ਕਿੱਥੇ ਜਾਣਾ ਮਰਨ ਤੋਂ ਬਾਅਦ। ਸਿੱਧੇ ਸਵਰਗ ਵਿੱਚ ਜਾਣਾ, ਮਿੱਟੀ 'ਚ ਨਹੀਂ ਬੈਠੇ ਜਾਣਾ। ਰਾਹ ਦੇ ਵਿੱਚ ਕੋਈ ਰਸਤਾ ਨਹੀਂ ਹੈਗਾ, ਹੋਰ ਕੋਈ ਜਗ੍ਹਾ ਨਹੀਂ, ਕੋਈ ਵੇਟਿੰਗ ਰੂਮ ਨਹੀਂ ਹੈਗਾ। ਹਾਂਜੀ, ਜਿਹਨੂੰ ਪ੍ਰਗਟੇਰੀ ਕਹਿੰਦੇ ਆ, ਕੋਈ ਵੇਟਿੰਗ ਰੂਮ ਨਹੀਂ ਹੈਗਾ, ਤੇ ਸਿੱਧੇ ਹੀ ਉੱਪਰ। ਇਹਦੇ ਲਈ ਇੱਕ ਆਇਤ ਲੈ ਲਓ, ਹਿਬਰੂ 9:27 ਵਿੱਚ ਲਿਖਿਆ ਹੈ ਕਿ ਆਦਮੀਆਂ ਦਾ, ਮਨੁੱਖਾਂ ਦਾ ਇੱਕ ਵਾਰੀ ਮਰਨਾ, ਉਹਦੇ ਬਾਅਦ ਉਹ ਜੱਜਮੈਂਟ ਹੋਣੀ। ਵਿੱਚ ਨਹੀਂ ਕੋਈ ਜਗ੍ਹਾ ਐਸੀ ਕਿ ਬਸ ਮਰ ਗਏ, ਉਹਦੇ ਬਾਅਦ ਉਹਨਾਂ ਦਾ ਨਿਆਂ। ਹਾਂ, ਠੀਕ ਹੈ ਜੀ। ਆਪਾਂ 12 ਦੀ 21 ਤੋਂ 23 ਤੁਸੀਂ ਕਿਹਾ ਨਾ, ਹੀਬਰੂ ਇਬਰਾਨੀਆਂ। ਹਾਂਜੀ, ਉਹ ਪੜ੍ਹਦੀ ਏ, ਉਹਦੇ ਵਿੱਚ ਲਿਖਿਆ ਹੈ। ਫਿਰ ਆਪਾਂ ਬੁੱਕ ਰੈਵਲੇਸ਼ਨ ਵੀ ਦੇਖਦੇ ਹਾਂ ਜੀ। ਤੇ ਬੜਾ ਅੱਛਾ ਸਵਾਲ ਹੈ। ਹਾਂਜੀ, ਕਿਉਂਕਿ ਹਾਂ ਪਤਾ ਹੋਣਾ ਚਾਹੀਦਾ। ਤੇ ਹੀਬਰੂ 12 ਦੀ 21 ਤੋਂ 23 ਇੱਧਰਲੀ ਸਾਈਡ ਤੇ ਹੈ। ਹਾਂਜੀ, ਇਹਦੇ ਵਿੱਚ ਲਿਖਿਆ ਹੈ, ਅਤੇ ਉਹ ਜੋ ਦਿਸਿਆ ਸੋ ਅਜਿਹਾ ਭਿਆਨਕ ਸੀ ਕਿ ਮੂਸਾ ਨੇ ਆਖਿਆ। ਇਹੀ ਹੈ ਨਾ ਹਿਬਰੂ ਇਬਰਾਨੀ? ਹਾਂ, ਕਿਹੜੀ ਦੱਸੀ ਹੈ? 12 ਦੀ 21 ਤੋਂ 23। ਹਾਂਜੀ ਹਾਂਜੀ ਹਾਂਜੀ, ਹਾਂ, ਦੇਖ ਲੈਂਦੇ ਜੀ ਜੀ। ਅਤੇ ਉਸ ਜੋ ਦੱਸਿਆ ਸੀ ਅਜਿਹਾ ਭਿਆਨਕ ਸੀ ਕਿ ਮੂਸਾ ਨੇ ਆਖਿਆ ਕਿ ਮੈਂ ਬਹੁਤ ਹੀ ਡਰਦਾ ਅਤੇ ਥਰ-ਥਰ ਕੰਬਦਾ ਹਾਂ। ਸਗੋਂ ਤੁਸੀਂ ਸਿਯੋਨ ਦੇ ਪਹਾੜ ਕੋਲ ਆਏ ਹੋ ਅਤੇ ਪਰਮ ਪਰਮੇਸ਼ਰ ਦੀ ਨਗਰੀ ਸੁਰਗੀ ਯਰੂਸ਼ਲਮ, ਹਾਂਜੀ, ਸੁਰਗ ਵਿੱਚ ਜਿਹੜਾ ਯਰੂਸ਼ਲਮ, ਸੁਰਗੀ ਯਰੂਸ਼ਲਮ ਕੋਲ ਦੇ ਅਤੇ ਸੁਰਗੀ ਯਰੂਸ਼ਲਮ ਕੋਲ ਅਤੇ ਜੋੜ ਮੇਲੇ ਵਿੱਚ ਲੱਖਾਂ ਦੂਤਾਂ ਕੋਲ ਅਤੇ ਪਹਿਲੋਠੀਆਂ ਦੀ ਕਲੀਸਿਆ ਕੋਲ, ਜਿਨ੍ਹਾਂ ਦੇ ਨਾਮ ਸੁਰਗ ਵਿੱਚ ਲਿਖੇ ਹੋਏ ਹਨ, ਅਤੇ ਪਰਮੇਸ਼ਰ ਕੋਲ ਜਿਹੜਾ ਸਭਨਾਂ ਦਾ ਨਿਆਂ ਕਰਨ ਵਾਲਾ ਹੈ, ਅਤੇ ਸਿੱਧ ਕੀਤੀਆਂ ਹੋਈਆਂ ਧਰਮੀਆਂ ਦੀ ਆਤਮਿਆਂ ਕੋਲ। ਠੀਕ ਹੈ, ਸਿੱਧ ਕੀਤੀਆਂ ਧਰਮਿਆਂ ਦੀ ਆਤਮਾ ਦੇ ਕੋਲ। ਹਾਂਜੀ, ਠੀਕ ਹੈ। ਹਾਂਜੀ, ਤੇ ਰੈਵਲੇਸ਼ਨ ਦਾ ਪੜ੍ਹਦੀ ਜੀ। ਹਾਂ, ਦੇਖ ਲਓ, ਇਹ ਵਰਸਸ ਨੇ ਜਦੋਂ
ਚਰਚ ਉੱਤੇ ਹੋਏਗਾ। ਲੇਕਿਨ ਫਿਰ ਵੀ ਟ੍ਰਿਬੂਲੇਸ਼ਨ, ਗ੍ਰੇਟ ਟ੍ਰਿਬੂਲੇਸ਼ਨ ਦੇ ਵਿੱਚ ਜਾਂ ਬੜੀ ਮੁਸੀਬਤਾਂ 'ਚ ਵੀ ਧਰਮੀ ਕਤਲ ਹੋਣਗੇ ਜਿਹੜੇ ਬਾਅਦ ਵਿੱਚ ਈਮਾਨ ਲਿਆਣਗੇ ਜਾਂ ਜਿਹੜੇ ਰਹਿ ਗਏ ਸਨ। ਉਹ ਥੱਲੇ ਸ਼ਹਾਦਤਾਂ ਪਰਮੇਸ਼ਰ ਦੇ ਕੋਲ ਕਿੰਨਾ ਚਿਰ ਅਸੀਂ ਵੇਟ ਕਰਨੀ ਸ਼ਹਾਦਤੀਆਂ ਦੇ ਕੇ ਫਿਰ ਵੀ ਉਹਨਾਂ ਉੱਤੇ ਹੀ ਜਾਣਾ ਹੈ। ਸੋ ਟਿਕਾਣਾ ਹੋਈ ਹੈ ਡੈਸਟੀਨੇਸ਼ਨ। ਠੀਕ ਹੈ, ਬਿਲਕੁਲ ਜੀ। ਹਾਂਜੀ, ਰੈਵਲੇਸ਼ਨ 6 ਦੀ 9 ਤੋਂ 11 ਵਿੱਚ ਲਿਖਦੇ ਹੈਗੇ ਹਾਂ, ਜਾਂ ਉਹਨੇ ਪੰਜਵੀਂ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ਰ ਦੇ ਵਚਨ ਦੇ ਕਾਰਨ ਅਤੇ ਉਸ ਦੀ ਸਾਖੀ ਦੇ ਕਾਰਨ ਜੋ ਉਹਨਾਂ ਭਰੀ ਸੀ ਵੱਢੇ ਗਏ ਸਨ। ਜੀ ਬਿਲਕੁਲ ਸਾਫ਼ ਹੁੰਦਾ ਜੀ। ਹਾਂਜੀ, ਬਿਲਕੁਲ ਠੀਕ ਹੈ। ਵੈਰੀ ਗੁੱਡ। ਸੋ ਇਹਦਾ ਮਤਲਬ ਇਹ ਹੋ ਗਿਆ ਉਹ ਆਤਮਾ ਤੇ ਪ੍ਰਾਣ ਜਿਹੜੇ ਮਰ ਚੁੱਕੇ ਹੋਣਗੇ ਉਹ ਨਾਲ ਲਿਆਏਗਾ। ਉਹਨਾਂ ਦੀ ਬਾਡੀਜ਼ ਪਹਿਲੇ ਜ਼ਿੰਦਾ ਹੋ ਜਾਣਗੀਆਂ, ਜਿੱਥੇ ਵੀ ਹੋਣਗੀਆਂ ਇਕੱਠੀਆਂ ਹੋ ਜਾਣਗੇ। ਸਮੁੰਦਰ ਆਪਣੇ ਮੁਰਦੇ ਦੇ ਦੇਣਗੇ। ਇਹ ਹੁਣ ਲੰਮੀ ਟੌਪਿਕ ਹੋ ਰਿਹਾ ਹੈ, ਨੋਟ ਕਰ ਲਓ। ਰੈਵਲੇਸ਼ਨ ਚੈਪਟਰ 20 ਤੇ ਉਹਦੀ ਤੁਸੀਂ ਜਿਹੜੀ ਵਰਸਿਸ ਨੇ ਨਾ 14-15 ਉਹਦੇ 'ਚ ਕਿ ਸਮੁੰਦਰਾਂ ਨੇ ਆਪਣੇ ਮੁਰਦੇ ਦੇ ਦਿੱਤੇ ਸਾਰੀ ਜਗ੍ਹਾ ਤੋਂ ਇਕੱਠੇ ਹੋਏ। ਉਹ ਜਦੋਂ ਆ ਜਾਣਗੇ ਉਹਨਾਂ ਦੀ ਆਤਮਾ ਪ੍ਰਾਣ ਉੱਤੋਂ, ਇੱਧਰੋਂ ਉਹਨਾਂ ਦੇ ਬਾਡੀਜ਼ ਹੋ ਗਏ ਤੇ ਜਿਹੜੇ ਜ਼ਿੰਦਾ ਹੋਵਾਂਗੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੀ ਗਲੋਰੀਫਾਈਡ ਬਾਡੀ ਮਿਲਣੀ ਜੀ। ਅੱਗੇ ਉਹ ਜਿਹੜੇ ਸਮੁੰਦਰ ਨੇ ਦਿੱਤੇ, ਜਿਹੜੇ ਧਰਮੀ ਨੇ ਉਹਨਾਂ ਦੀ ਗੱਲ ਕਰ ਰਹੇ ਹੋ? ਜਿਹੜੇ ਧਰਮੀ ਨੇ ਉਹਨਾਂ ਦੀ ਵੀ ਇਹ ਰੈਪਚਰ ਜਿਹੜਾ ਹੈ ਇਹ ਹੈ ਹੀ ਧਰਮੀ ਹੈ। ਹਾਂਜੀ ਹਾਂਜੀ, ਜਿਹੜਾ ਅਸੀਂ ਗੱਲ ਕਰ ਰਹੇ ਹਾਂ। ਹਾਂਜੀ, ਤੇ ਓਕੇ ਜੀ। ਰੈਵਲੇਸ਼ਨ 6 ਦੀ ਉਹਨਾਂ ਦੇ ਵੀ ਜਦੋਂ 1000 ਸਾਲਾ ਬਾਦਸ਼ਾਹੀ ਤੋਂ ਬਾਅਦ ਵਾਈਟ ਥਰੋਨ, ਚਿੱਟੇ ਤਖਤ ਤੇ ਉਹਨਾਂ ਦੀ ਦਲ ਧੋਣੀ ਹੈ। ਹਾਂਜੀ, ਉਹਨਾਂ ਨੂੰ ਉਹ ਵੀ ਇੰਜ ਆ ਜਾਣਗੇ। ਹਾਂਜੀ ਜੀ ਜੀ। ਕਿ ਰੈਵਲੇਸ਼ਨ 6 ਦੀ 9 ਤੋਂ 11 ਵਿੱਚ ਲਿਖਿਆ ਹੈ, ਜਾਂ ਉਹਨਾਂ ਨੇ ਪੰਜਵੀਂ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ਰ ਦੇ ਵਚਨ ਦੇ ਕਾਰਨ ਅਤੇ ਉਸ ਦੀ ਸਾਖੀ ਦੇ ਕਾਰਨ ਜੋ ਉਹਨਾਂ ਭਰੀ ਸੀ ਵੱਢੇ ਗਏ ਸਨ। ਅਤੇ ਉਹਨਾਂ ਵੱਡੀ ਆਵਾਜ਼ ਨਾਲ ਪੁਕਾਰ ਕੇ ਇਹ ਆਖਿਆ ਕਿ ਇਹ ਸੁਆਮੀ ਜਿਹੜਾ ਪਵਿੱਤਰ ਹੈ, ਸਤ ਹੈ, ਕਦੋਂ ਤੋੜੀ ਤੂੰ ਨਿਆਂ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਕੋਲੋਂ ਸਾਡੇ ਲਹੂ ਦਾ ਵੱਟਾ ਨਹੀਂ ਲੈਂਦਾ ਹੈ। ਹਾਂਜੀ, ਫਿਰ 11ਵੀਂ ਵਿੱਚ ਲਿਖਿਆ ਹੈ, ਅਤੇ ਉਹਨਾਂ ਵਿੱਚੋਂ ਹਰੇਕ ਨੇ ਚਿੱਟਾ ਵਸਤਰ ਦਿੱਤਾ ਗਿਆ ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਵਸਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਇਹ ਵਚਨ ਹੋਇਆ ਕਿ ਥੋੜਾ ਚਿਰ ਹੋਰ ਆਰਾਮ ਕਰੋ, ਜਦੋਂ ਤੱਕ ਤੁਹਾਡੇ ਨਾਲ ਦੇ ਦਾਸਾਂ ਅਤੇ ਉਹਨਾਂ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਗੂ ਵੱਢੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ। ਜਿਹੜੇ ਹਾਲੇ ਧਰਤੀ ਤੇ ਹੋਰ ਮਤਲਬ ਵੱਢੇ ਜਾਣੇ ਆ ਤੇ ਉਹ ਤੁਹਾਡੇ ਜਿਹੜੀ ਉਹਨਾਂ ਦੀ ਗਿਣਤੀ ਹੋਰ ਹਾਲੇ ਵਧਣੀ ਆ, ਉਹਨਾਂ ਚਿਰ ਇੰਤਜ਼ਾਰ ਕਰੋ। ਇਹਦਾ ਮਤਲਬ ਹੈ ਜਿਹੜੇ ਚੁੱਕੇ ਪਹਿਲੇ ਗਏ ਜਾਂ ਉਹ ਜਿਹੜੇ ਜ਼ਿੰਦਾ ਹੋਣਗੇ ਉਹ ਚੁੱਕੇ ਗਏ, ਉਹਨਾਂ ਨੂੰ ਤੇ ਜਲਾਲੀ ਬਦਲ ਮਿਲ ਜਾਣਗੇ। ਲੇਕਿਨ ਥੱਲੇ ਐਂਟੀ ਕ੍ਰਾਈਸਟ ਯਿਸੂ ਦੇ ਵਿਰੋਧੀ ਦੇ ਦੌਰ ਵਿੱਚ ਵੀ ਗ੍ਰੇਟ ਟ੍ਰਿਬੂਲੇਸ਼ਨ, ਬੜੀ ਮੁਸੀਬਤਾਂ ਵੀ ਬਲੀਵਰਸ ਜਿਹੜੇ ਉਦੋਂ ਈਮਾਨ ਲਿਆਣਗੇ ਜਾਂ ਜਿਹੜੇ ਰੈਪਚਰ ਵਿੱਚ ਰਹਿ ਗਏ ਨੇ, ਹੈ ਨਾ, ਕਿੰਜ ਰਹਿ ਗਏ ਨੇ। ਅਬਰਾਨੀਆਂ 9 ਦੀ 28 'ਚ ਕਿ ਉਹ ਤਿਆਰ ਨਹੀਂ ਸਨ। ਅਬਰਾਨੀਆਂ ਹਿਬਰੂ ਚੈਪਟਰ 9 ਵਰਸ 28 'ਚ ਕਿ ਉਹ ਰਾਹ ਨਹੀਂ ਸਨ ਵੇਖ ਰਹੇ, ਉਹ ਵੀ ਰਹਿ ਗਏ। ਉਹ ਫਿਰ ਬਾਅਦ ਦੇ ਸ਼ਹਾਦਤੀਆਂ ਦੇ ਕੇ ਜਾਂ ਸ਼ਹੀਦ ਹੋ ਕੇ ਉਹ ਵੀ ਜਾਣਗੇ, ਉਹਨਾਂ ਨੂੰ ਵੀ ਗਲੋਰੀਫਾਈ ਬਾਡੀ ਮਿਲ ਜਾਏ। ਹਾਂਜੀ, ਇਹ ਜਿਹੜੇ ਕਹਿੰਦੇ ਹੈਗੇ ਆ ਕਿੰਨਾ ਚਿਰ ਅਸੀਂ ਵੇਟ ਕਰਨਾ ਹੈਗਾ, ਉਹਨਾਂ ਨੂੰ ਬਦਲ ਦਿੱਤਾ ਗਿਆ। ਇਹ ਕਦੋਂ ਦਿੱਤਾ ਗਿਆ? ਜਦੋਂ ਮਤਲਬ ਰੂਹਾਂ ਚਲੀਆਂ ਗਈਆਂ, ਰੈਪਚਰ ਜਦੋਂ ਹੋਇਆ। ਰੈਪਚਰ ਦੇ ਵਿੱਚ ਹੀ ਉਦੋਂ ਦਿੱਤਾ ਗਿਆ ਇਹਨਾਂ ਨੂੰ ਨਾ, ਉਹ ਪਹਿਲਾਂ ਤਾਂ ਨਹੀਂ ਦਿੱਤਾ ਗਿਆ। ਨਹੀਂ, ਓਕੇ, ਹਾਲੇ ਨਹੀਂ ਦਿੱਤਾ ਗਿਆ। ਇਹ ਜਦੋਂ ਪਹੁੰਚਣਗੇ ਉੱਤੇ ਫਿਰ ਉਹਨਾਂ ਨੂੰ ਉਹੀ ਮਿਲ ਜਾਏਗਾ। ਠੀਕ ਹੈ। ਅੱਛਾ ਜੀ, ਸੈਕੰਡ ਸਟੈਪ ਫਿਰ ਉੱਤੇ ਕੀ ਹੋਣਾ ਹੈ? ਹਾਂਜੀ, ਇਹ ਜਿਹੜੇ ਸਰੀਰ ਉੱਠੇ ਸਨ ਨਾ, ਹਾਂਜੀ, ਜਾਂ ਜਿਹੜੇ ਸਾਡੇ ਸਨ, ਇਹਨਾਂ ਵਿੱਚੋਂ ਰਿਬੈਲੀਅਨ ਦਾ ਐਲੀਮੈਂਟ ਕੱਢ ਦੇਗਾ। ਯਾਨੀ ਦੁਬਾਰਾ ਇਹ ਫਿਰ ਬਗਾਵਤ ਨਾ ਕਰਨ। ਯਾਨੀ ਸਾਡੀ ਦੇਖੋ ਆਤਮਾ, ਸਰੀਰ ਤੇ ਪ੍ਰਾਣ, ਉਹ ਐਸੀ ਪਰਫੈਕਟ ਹਾਲਤ ਵਿੱਚ ਖੁਦਾ ਯਿਸੂ ਮਸੀਹ ਬਣਾ ਦੇਗਾ ਕਿ ਇਹਦੇ ਵਿੱਚ ਫਿਰ ਰਿਬੈਲੀਅਨ ਦਾ ਐਲੀਮੈਂਟ ਨਹੀਂ ਹੋਣਾ, ਜਿਹੜਾ ਹਾਂਜੀ ਸਾਡੇ ਬਗਾਵਤ ਦਾ, ਜਿਹੜੀ ਸਾਡੇ ਸੋਲ ਦੇ ਵਿੱਚ। ਸੋਰੀ, ਇਫਸੀਆਂ 5:27 ਜਿਹੜੀ ਸਾਡੀ ਸੋਲ ਵਿੱਚ ਪ੍ਰਾਣ ਵਿੱਚ ਹੁੰਦਾ ਹੈ, ਉਹ ਕੱਢ ਦੇਗਾ। ਠੀਕ ਹੈ। ਅਫੀਜ਼ੀਅਨ ਚੈਪਟਰ 5 ਵਰਸ 27 ਇਹ ਦੇਖ ਲਓ। ਠੀਕ ਹੈ। ਇਹ ਫਿਰ ਪਿਓਰ ਕਰ ਰਿਹਾ ਹੁਣ
ਕੀ ਵਾਹ। ਹਾਂਜੀ ਇਫਸੀਆਂ 5 ਦੀ 27 ਸਰੀਰ ਤੇ ਪਿਓਰ ਹੀ ਹੋਣੇ ਨੇ, ਸਾਡੀ ਆਤਮਾ ਦੇ ਪ੍ਰਾਣ ਦੇ ਵਿੱਚ ਕੰਮ ਹੋ ਜਾਣਾ, ਉਹਨਾਂ ਵਿੱਚੋਂ ਐਲੀਮੈਂਟ ਪ੍ਰਾਣ ਦੇ ਵਿੱਚੋਂ ਕੱਢਦੇ। ਹਾਂਜੀ ਜੀ। ਤੇ ਇਫਸੀਆਂ 5 ਦੀ 27 ਵਿੱਚ ਇਸ ਤਰ੍ਹਾਂ ਲਿਖਿਆ ਹੈ, ਜੀ। ਅਤੇ ਉਹ ਉਸ ਨੂੰ ਆਪਣੇ ਲਈ ਇੱਕ ਇਹੋ ਜਿਹਾ ਪ੍ਰਤਾਪਵਾਨ ਕਲੀਸਿਆ ਤਿਆਰ ਕਰੇ ਜੇ ਤੇ ਇਹ ਕਲੰਕ ਜਾਂ ਬੱਜ ਜਿਹਦੇ ਵਿੱਚ ਕਲੰਕ ਜਾਂ ਬੱਜ ਜਾਂ ਕੋਈ ਹੋਰ ਅਜਿਹਾ ਔਗਣ ਨਾ ਹੋਵੇ, ਸਗੋਂ ਉਹ ਪਵਿੱਤਰ ਅਤੇ ਨਿਰਮਲ ਹੋਵੇ। ਇਹ ਜਦੋਂ ਪਵਿੱਤਰ ਕਰ ਲੇਗਾ, ਤੀਸਰਾ ਸਟੈਪ ਬ੍ਰਦਰ ਜੀ। ਹਾਂਜੀ ਤੇ 26ਵੀਂ ਪੜ੍ਹਦੇ ਹੀ ਅੱਛਾ ਜੀ। ਹਾਂਜੀ, ਅਤੇ ਉਸ ਨੂੰ ਜਲ ਅਤੇ ਇਸ਼ਨਾਨ ਤੋਂ ਬਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ। ਹਾਂ ਹਾਂਜੀ ਇਹ ਮਤਲਬ ਉੱਪਰ ਜਾ ਕੇ ਕਰਨੇ ਦੀ ਗੱਲ ਕਰ ਉੱਤੇ ਰਹੇ ਉੱਤੇ ਉਹੀ ਸਰੀਰ ਜਿਹੜੇ ਉੱਠੇ ਹੋਣਗੇ ਨਾ, ਹਾਲਾ ਪ੍ਰੋਸੈਸ ਜਾਰੀ ਹੈ। ਤੁਸੀਂ ਕਿਹਾ ਕੀ ਹੋਣਾ? ਹਾਂਜੀ ਹਾਂਜੀ ਉਹ ਹੈ ਫਿਰ ਉਹ ਰਿਬੈਲੀਅਨ ਉਹ ਕਿਉਂ ਕੱਢੇਗਾ? ਤੀਸਰਾ ਸਟੈਪ ਇਹ ਵੇ ਕਿ ਸਵਰਗੀ ਪਿਤਾ ਦੇ ਸਾਹਮਣੇ ਉਹਨਾਂ ਨੂੰ ਪੇਸ਼ ਕਰਨਾ ਹੈ। ठीक है, ठीक है, आसमानी बाप के सामने पेश करेगा है। उर्दू भी दस दी है। पहला थसलनिकियां 3:13 पढ़ दो। ये इसलिए ज़रूरी है कि पिता नू कहेगा आ वेख मेरी दुल्हन वेख, मेरी ब्राइड वेख, तो पिता बड़ा खुश होएगा। उदों उन्हां विचों ये कढ़ दित्तियां जाणगियां बिल्कुल परफेक्ट हालत विच उदों होवांगे जी। हाँ जी ਆਪਾਂ ਪੜ੍ਹਦੇ ਹਾਂ ਜੀ ਪਹਿਲਾ ਥਸਲਨੀਕੀਆਂ 3:13। ਉਸ ਦੇ ਵਿੱਚ ਲਿਖਿਆ ਹੈ, ਤਾਂ ਜੋ ਤੁਹਾਡੀਆਂ ਮਨਾਂ ਨੂੰ ਤਕੜਿਆਂ ਕਰੇ ਅਤੇ ਜਿਸ ਵੇਲੇ ਸਾਡਾ ਪ੍ਰਭੂ ਯਿਸੂ ਆਪਣੇ ਸਾਰਿਆਂ ਸੰਤਾਂ ਸਣੇ ਆਵੇਗਾ ਤਾਂ ਉਹ ਸਾਡੇ ਪਰਮੇਸ਼ਰ ਅਤੇ ਪਿਤਾ ਦੇ ਅੱਗੇ ਪਵਿੱਤਰਤਾਈ ਵਿੱਚ ਨਿਰਦੋਸ਼ ਹੋਣ। ਹਾਂ ਹਾਂਜੀ ਅੱਛਾ, ਜਦੋਂ ਇਹ ਸਰਮਨੀ ਹੋ ਜਾਏਗੀ, ਪਹਿਲੇ ਤੇ ਇਹ ਸਰੀਰਾਂ ਦਾ ਕੰਮ ਹੋ ਗਿਆ, ਫਿਰ ਪਿਤਾ ਅੱਗੇ ਪੇਸ਼। ਹੁਣ ਚੌਥੀ ਚੀਜ਼ ਬ੍ਰਦਰ ਜੀ, ਉਹ ਜਿਹੜੇ ਮਕਾਨ ਨੇ, ਜਿਹੜਾ ਯਿਸੂ ਨੇ ਕਿਹਾ ਸੀ ਸੰਤ ਯਹੋਨਾ ਜੌਨ ਗੋਸਪਲ ਚੈਪਟਰ 14 ਵਰਸ 1 to 3 ਦੇ ਵਿੱਚ ਹੈ, ਤੁਹਾਡਾ ਦਿਲ ਨਾ ਘਬਰਾਏ। ਹਾਂਜੀ ਤੁਸੀਂ ਕਿੰਨਾ ਸੀਗਾ ਜੀ ਦੁਬਾਰਾ ਸੇ? ਜੌਨ ਗੋਸਪਲ ਹੈ ਨਾ, ਸੰਤ ਯਹੋਨਾ 14 ਦੀ 1 ਤੋਂ 3। ਓਕੇ। ਤੇ ਭਾਈ ਤੁਹਾਡਾ ਦਿਲ ਨਾ ਘਬਰਾਏ, ਤੁਸੀਂ ਪਰਮੇਸ਼ਵਰ ਪਿਤਾ ਉੱਤੇ ਵਿਸ਼ਵਾਸ ਰੱਖੋ, ਮੇਰੇ ਤੇ ਵੀ ਰੱਖੋ। ਮੇਰੇ ਪਿਤਾ ਦੇ ਘਰ ਬਹੁਤ ਸਾਰੇ ਮਕਾਨ ਨੇ, ਜੇ ਨਾ ਹੁੰਦੇ ਮੈਂ ਤੁਹਾਨੂੰ ਨਾ ਕਹਿੰਦਾ, ਲੇਕਿਨ ਮੈਂ ਜਾਣਾ ਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨਾ ਤੇ ਆਣ ਕੇ ਤੁਹਾਨੂੰ ਨਾਲ ਲੈ ਜਾਵਾਂਗਾ, ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋ। ਯਾਨੀ ਮਕਾਨਾਂ ਦੀ ਅਲਾਟਮੈਂਟ ਤਕਰੀਬਨ 7 ਸਾਲਾਂ ਲਈ ਹੋਣੀ ਹੈ ਉੱਤੇ, ਸਵਰਗ ਦੀ ਗੱਲ। ਅੱਛਾ ਜੀ, ਅੱਛਾ ਜੀ, ਇੰਨਾ ਸਾਲ ਇੰਨੇ ਚਿਰ ਮੈਂ ਬੜਾ ਖੁਸ਼ ਹਾਂ। ਹਾਂਜੀ ਤੁਸੀਂ ਬਿਲਕੁਲ ਹਰ ਚੀਜ਼ ਨੂੰ ਕਲੀਅਰ ਕਰ ਤੇ ਅੱਛਾ ਜੀ, ਸਵਾਲ ਕਾਹਦੇ ਤੋਂ ਬਣਿਆ ਤੁਹਾਡਾ? ਅਲਾਟਮੈਂਟ ਜਿਹੜੀ ਤੁਸੀਂ ਕਹਿੰਦੇ ਘਰਾਂ ਦੀ ਅਲਾਟਮੈਂਟ, ਹਾਂਜੀ ਤਕਰੀਬਨ 7 ਸਾਲ। ਤਕਰੀਬਨ 7 ਸਾਲ ਵਾਸਤੇ ਤੁਸੀਂ ਕਹਿੰਦੇ ਜੀ। ਦੇਖੋ ਯਿਸੂ ਮਸੀਹ ਗਏ ਨੂੰ 2000 ਸਾਲ ਹੋ ਚੁੱਕੇ ਆ ਜੀ। ਘਰ ਬਣਾਈ ਜਾ ਰਿਹਾ ਉੱਥੇ ਸਾਰਿਆਂ ਦੇ ਲਈ ਜੀ। ਤੇ ਰਹਿਣਾ ਸਿਰਫ 7 ਸਾਲ ਹੀ ਆ ਉੱਥੇ ਤਕਰੀਬਨ 7, ਇੰਨਾ ਕਿ ਬਸ? ਹਾਂ, ਕਿਉਂਕਿ ਇੰਨਾ ਚਿਰ ਦੇ ਬਣ ਰਹੇ ਘਰ ਤੇ ਕਿਉਂਕਿ ਅੱਗੇ ਅਸੀਂ ਦੇਖਾਂਗੇ ਕਿ ਜਿਉਂ ਹੀ ਰੈਪਚਰ ਹੋ ਜਾਣਾ ਥੱਲੇ, ਯਿਸੂ ਦਾ ਵਿਰੋਧੀ ਐਂਟੀ ਕ੍ਰਾਈਸਟ ਮੁਖਾਲਫੇ ਮਸੀਹ ਦਾ ਪੀਰੀਅਡ ਸ਼ੁਰੂ ਹੋ ਜਾਣਾ, ਜਿਹੜਾ ਕਿ ਅਸਾਂ ਦੇਖਿਆ ਸੀ 3.5 ਸਾਲ ਉਹ ਆਪਣੀ ਤਿਆਰੀ ਕਰੇਗਾ, ਮੁਸੀਬਤਾਂ ਦਾ ਦੌਰ ਹੋਏਗਾ, ਤੇ ਅੱਗੋਂ ਆਖਰੀ 3.5 ਸਾਲ ਤਕਰੀਬਨ ਉਹ ਬੜੀ ਮੁਸੀਬਤਾਂ ਦਾ ਹੋਏਗਾ, ਜਿਹਨੂੰ ਕਿ ਗ੍ਰੇਟ ਟ੍ਰਿਬੂਲੇਸ਼ਨ। ਅੱਛਾ, ਹੁਣ ਇਹ 7 ਸਾਲ ਤਕਰੀਬਨ ਇਸ ਲਈ ਕਹਿੰਦੇ ਆ, ਮਤੀ 24 ਉਹਦੀ 22 'ਚ ਲਿਖਿਆ ਹੈ ਕਿ ਜੇ ਉਹ ਦਿਨ ਘਟਾਏ ਨਾ ਜਾਂਦੇ, ਕਿਹੜੇ 7 ਸਾਲਾਂ ਵਿੱਚੋਂ, ਤੇ ਕੋਈ ਨਾ ਬਚਦਾ। ਯਹੂਦੀਆਂ ਦੀ ਗੱਲ ਹੁੰਦੀ, ਠੀਕ ਹੈ, ਝੱਟ ਤੇ ਉੱਤੇ ਹੈ। ਕਿਉਂਕਿ ਮੈਂ ਇਹੀ ਸਮਝਦਾ ਸੀਗਾ, ਜਿਹੜਾ ਆਪਾਂ ਪ੍ਰਕਾਸ਼ ਦੀ ਪੋਥੀ ਵਿੱਚ ਪੜ੍ਹਿਆ ਸੀਗਾ, ਮੈਂ ਸਵਰਗ ਵਿੱਚੋਂ ਇੱਕ ਨਵਾਂ ਯਰੂਸ਼ਲਮ ਉਤਰਦੇ ਦੇਖਿਆ, ਜਿਹੜਾ ਇੱਕ ਚੌਰਸ ਜਿਹੜਾ ਕਿਊਬਿਕਲ ਸੀਗਾ, ਉਸ ਤਰ੍ਹਾਂ ਦੀ ਸ਼ਕਲ ਦਾ ਸੀਗਾ। ਹਾਂਜੀ, ਤੇ ਉਹ ਮੈਂ ਸਮਝਦਾ ਸੀ ਜਿਹੜੇ ਉੱਥੇ ਜਗ੍ਹਾ ਮਿਲਣੀ ਆ। ਹਾਂਜੀ, ਯਿਸੂ ਕਹਿੰਦਾ ਮੈਂ ਮੈਂਸ਼ਨ ਮੇਰੇ ਪਿਤਾ ਦੇ ਘਰ ਵਿੱਚ ਬਹੁਤ ਹੈਗੇ ਆ, ਹਾਂਜੀ ਉੱਥੇ ਘਰ ਹੈਗੇ ਤੁਹਾਨੂੰ ਦਊਂਗਾ। ਮੈਂ ਕਿਹਾ ਸ਼ਾਇਦ ਉੱਥੋਂ ਜਿਹੜੇ ਮਿਲਣੇ ਆ ਉਹ ਸਾਰੇ ਦੇ ਸਾਰੇ ਇੱਥੇ ਯਰੂਸ਼ਲਮ ਦੇ ਵਿੱਚ ਆ, ਕਿਉਂਕਿ ਆਪਾਂ ਯਰੂਸ਼ਲਮ ਦੇ ਵਿੱਚ ਹੀ, ਨਵੇਂ ਯਰੂਸ਼ਲਮ ਦੇ ਵਿੱਚ ਹੀ ਰਹਿਣਾ ਆ ਪਰਮਾਨੈਂਟਲੀ। ਫਿਰ ਉਹ ਹੀ ਸਾਡਾ ਉਹ ਇੱਥੇ ਸ਼ਿਫਟ ਹੋ ਜਾਏਗਾ।
ਯਰੂਸ਼ਲਮ ਤੇ ਉੱਥੇ ਘਰ ਵੀ। ਹੁਣ ਸਵਾਲ ਇੱਕ ਮੈਂ ਕੋਲੋਂ ਕਰ ਰਿਹਾ ਕਿ ਹੁਣ ਜਿਹੜਾ ਜਿੱਥੇ ਪਿਤਾ ਪਰਮੇਸ਼ਵਰ ਹੈ, ਯਾ ਪ੍ਰਭੂ ਯਿਸੂ ਮਸੀਹ ਹੈ, ਯਾ ਉਹ ਨਈ ਯਰੂਸ਼ਲਮ ਵਿੱਚ ਨਹੀਂ ਹੈ। ਹਾਂ, ਉਹਦੀ ਵਜ੍ਹਾ। ਹਾਲੇਲੂਇਆ। ਇਹ ਪ੍ਰਕਾਸ਼ ਦੀ ਪੋਥੀ ਉਹਦੀ 21 ਦੀ 22 ਦੇ ਵਿੱਚ ਲਿਖਿਆ ਹੈ, ਠੀਕ ਹੈ, 21 ਦੀ 22 ਦੇ ਵਿੱਚ। ਹਾਂਜੀ, ਉੱਥੇ ਕੋਈ ਹੈਕਲ ਨਹੀਂ ਹੋਣੀ, ਜਦੋਂ ਕਿ ਹੁਣ ਹੈਕਲ ਹੈ। ਇਹ ਸਮਝਣੇ ਦੀ ਗੱਲ ਹੈ। ਦੇਖੋ, ਖੁਦਾਵੰਦ ਯਿਸੂ ਮਸੀਹ ਜਦੋਂ ਮੁਰਦਿਆਂ ਵਿੱਚੋਂ ਜ਼ਿੰਦਾ ਹੋਏ, ਅਬਰਾਨੀਓ 9 ਦੀ 12 ਚ 11-12 ਚ ਹੈ ਜੀ, ਉਹ ਕਹਿੰਦੇ ਨੇ ਕਿ ਮਰੀਮ ਮਗਦਲੀਨੀ ਆਈ, ਉਹਨੂੰ ਕਹਿਣ ਲੱਗੀ ਠਹਿਰ ਜਾ, ਮੈਂ ਪਹਿਲੇ ਪਿਤਾ ਕੋਲ ਜਾਣਾ ਹੈ। ਉਹ ਲਿਖਿਆ ਹੈ ਕਿ ਉਹ ਆਪਣਾ ਹੀ ਖੂਨ ਲੈ ਕੇ ਉਸ ਪਵਿੱਤਰ ਸਥਾਨ ਜਾਂ ਉਸ ਹੈਕਲ ਦੇ ਵਿੱਚ ਚਲਾ ਗਿਆ ਜਿਹੜੇ ਹੱਥਾਂ ਦੀ ਬਣੀ ਨਹੀਂ ਹੈ, ਉਹ ਮੰਦਰ, ਉਹ ਆਲਟਰ ਤੇ, ਹਾਂਜੀ, ਹੈਕਲ ਤੇ, ਔਰ ਉੱਥੇ ਪਿਤਾ ਨੂੰ ਦੇ ਦਿੱਤਾ। ਲੇਕਿਨ ਜਦੋਂ ਇਹਦਾ ਮਤਲਬ ਇਹ ਹੋ ਗਿਆ ਕਿ ਉੱਥੇ ਹੈਕਲ ਹੈ, ਜਿਹਦੇ ਵਿੱਚੋਂ ਬਹੁਤ ਹਵਾਲੇ ਮੈਂ ਦੇਣਾ, ਕਿਉਂਕਿ ਜਦੋਂ ਮੂਸਾ ਨੇ ਵੀ ਬਣਾਈ ਸੀ ਕਿ ਉੱਪਰ ਜੀ ਉਹ ਦ੍ਰਿਸ਼ ਦਿਖਾ ਰਿਹਾ ਸੀ, ਉਹਦੇ ਹਿਸਾਬ ਨਾਲ ਕਹਿੰਦੇ ਜੀ ਬਣਾ। ਟੈਬਰਨੈਕਲ। ਹਾਂਜੀ। ਔਰ ਸੋਲੇਮਨ ਨੂੰ ਵੀ ਖੁਦਾ ਨੇ ਦੱਸਿਆ ਕਿ ਉਹ ਟੈਂਪਲ ਮੰਦਰ। ਹੁਣ ਉੱਥੇ ਲਿਖਿਆ ਹੈ, ਉਹ ਪੜ੍ਹ ਦੇਣਾ ਕਿ ਇਹ ਨਏ ਯਰੂਸ਼ਲਮ ਦੇ ਵਿੱਚ ਇਹ ਨਹੀਂ ਹੋਣੀ, ਇਹ ਜਿਹੜੀ ਹੁਣ ਹੈਗੀ ਹੈ, ਠੀਕ ਹੈ। ਪ੍ਰਕਾਸ਼ ਦੀ ਪੋਥੀ ਚੈਪਟਰ 20 21 ਦੀ 22 ਦੇਖ ਲਓ, ਉੱਥੇ ਟੈਂਪਲ ਨਹੀਂ ਹੈ। ਸੋ ਲਿਹਾਜ਼ਾ ਹੁਣ ਜਿੱਥੇ ਵੇ ਪਿਤਾ ਪ੍ਰਭੂ ਯਿਸੂ ਤੇ ਉਹ ਧਰਮੀਆਂ ਦੀਆਂ ਰੂਹਾਂ, ਪੁਰਾਣੇ ਨੇਮ ਤੇ ਨਵੇਂ ਨੇਮ ਦੀ, ਉਹ ਉਸ ਜਗ੍ਹਾ ਨਹੀਂ ਜਿੱਥੇ ਟੈਂਪਲ ਹੈਗੀ ਹੈ। ਟੈਂਪਲ ਹੈਗੀ ਹੈ, ਅਸੀਂ ਬੁੱਕ ਆਫ ਰੈਵਲੇਸ਼ਨ ਵਿੱਚ ਪੜ੍ਹਿਆ, ਠੀਕ ਹੈ। ਟੈਂਪਲ ਹਾਂ, ਉੱਪਰ ਹੈਕਲ ਤੇ ਹੈਗੀ ਹੈ, ਇਹ ਤੇ ਹੈ। ਹਾਂਜੀ। ਉਹ ਨਈ ਯਰੂਸ਼ਲਮ ਵਿੱਚ ਨਹੀਂ, ਉਹ ਪੜ੍ਹ ਦਿਓ। ਇਹ ਬਾਅਦ ਵਿੱਚ ਉਤਰੇਗਾ, ਜਿਹੜਾ ਕਿ ਬਣਾਏਗਾ ਖੁਦਾ ਹੀ, ਪਿਤਾ ਪਰਮੇਸ਼ਵਰ ਬਣਾਏਗਾ। ਇਹ ਠੀਕ ਹੈ। ਹੁਣ ਉਹ ਉੱਥੇ ਨਹੀਂ ਰਹਿ ਰਿਹਾ, ਪੜ੍ਹਦੀ ਹੈ, ਲੇਕਿਨ ਬਾਅਦ ਵਿੱਚ। ਜੀ ਜੀ ਹਾਂਜੀ। ਪ੍ਰਕਾਸ਼ ਦੀ ਪੋਥੀ 21 ਦੀ 22 ਫਿਰ ਆਪਾਂ ਪੜ੍ਹ ਕੇ ਫਿਰ ਫਿਨਿਸ਼ ਕਰ ਦਈਏ। ਹਾਂਜੀ, ਫਟਾਫਟ ਹੀ ਬੀਤ ਗਿਆ ਸਮਾਂ। ਹਾਂਜੀ, ਦੇਖੋ, ਨਹੀਂ, ਬੜਾ ਅੱਛਾ ਹੈ, ਅਸੀਂ ਕੋਈ ਗੱਲ ਨਹੀਂ। ਹਾਂਜੀ, 21 ਦੀ 22 ਵਿੱਚ ਲਿਖਿਆ ਜੀ, ਪ੍ਰਕਾਸ਼ ਦੀ ਪੋਥੀ 21 ਦੀ 22 ਪੜ੍ਹਦੇ ਹਾਂ ਜੀ। ਮੈਂ ਉਸ ਵਿੱਚ ਕੋਈ ਹੈਕਲ ਨਾ ਵੇਖੀ, ਕਿਉਂ ਜੋ ਪ੍ਰਭੂ ਪਰਮੇਸ਼ਰ ਸਰਬ ਸ਼ਕਤੀਮਾਨ ਅਤੇ ਦੇਲਾ ਉਸ ਦੀ ਹੈਕਲ ਹੈ। ਇਹ ਗੱਲ ਕਰ ਰਿਹਾ ਹੈਗਾ ਹੈ ਨਵੇਂ ਯਰੂਸ਼ਲਮ। ਆਪਾਂ ਭੈਣਾਂ ਭਰਾਵਾਂ ਨੂੰ ਕਵਾਂਗੇ, ਸੁਣਨ ਵਾਲਿਆਂ ਦੀ ਕੁਝ ਆਇਤਾਂ ਪਹਿਲ ਇਸ ਦੇ ਅਸੀਂ ਇੱਕੋ ਇੱਕ ਪੜ੍ਹਦੇ ਹਾਂ ਸਮਾਂ ਬਚਾਉਣ ਦੇ ਲਈ। ਇਸ ਤੋਂ ਕੁਝ ਆਇਤਾਂ ਪਹਿਲਾਂ ਵੀ ਤਾਂ ਬਾਅਦ ਅਗਲੀਆਂ ਪਿਛਲੀਆਂ ਪੜ੍ਹ ਲਿਆ ਕਰੋ, ਕਿ ਆਪਾਂ ਨੂੰ ਹੋਰ ਵੀ ਸੋ ਇਸ ਲਈ ਕਲੀਅਰ ਹੋ ਜਾਏਗਾ। ਹਾਂਜੀ ਹਾਂਜੀ, ਸੌਰੀ। ਨਇਆ ਯਰੂਸ਼ਲਮ ਤੇ ਧਰਤੀ ਤੋਂ ਉਤਰੇਗਾ, ਹਾਂ, ਠੀਕ ਹੈ। ਇਸ ਲਈ ਟੈਂਪਰੇਰੀ, ਇਸ ਲਈ ਕਿ ਉਹ ਤੇ ਸਵਰਗਾਂ ਤੇ ਤਕਰੀਬਨ 7 ਸਾਲ ਲਈ ਰਾਂਗੇ। ਫਿਰ ਅਗਲੇ ਸਟੈਪ ਅਗਰ ਤੁਸੀਂ ਨੈਕਸਟ ਸਟੱਡੀ 'ਚ ਕਰ ਲੈਣਾ ਕਿ ਫਿਰ ਉਹਨਾਂ ਨੂੰ ਛੱਡਣਾ ਪੈਣਾ ਤੇ ਫਿਰ ਯਿਸੂ ਦੇ ਨਾਲ ਧਰਤੀ ਤੇ ਉਤਰ ਆਣਾ। 1000 ਸਾਲਾ ਬਾਦਸ਼ਾਹੀ ਲਈ, 1000 ਸਾਲਾ ਬਾਦਸ਼ਾਹੀ ਮੁੱਕੇਗੀ ਤੇ ਫਿਰ ਹਰ ਮਜਦੂਨ ਦੀ ਜੰਗ ਹੋਣੀ ਹੈ, ਠੀਕ ਹੈ। ਵਾਈਟ ਥਰੋਨ ਦੀ ਜੱਜਮੈਂਟ ਹੋਣੀ ਹੈ। ਉਹਦੇ ਬਾਅਦ ਫਿਰ ਜਦੋਂ ਇਹ ਸਾਰਾ ਮਾਮਲਾ ਲਿਪਟ ਜਾਏਗਾ, ਕੋਈ ਅਵਿਸ਼ਵਾਸੀ ਨਹੀਂ ਰਹੇਗਾ, ਉਦੋਂ ਇਹ ਨਇਆ ਯਰੂਸ਼ਲਮ ਉੱਤੇ ਉਤਰੇਗਾ, ਜਿਹੜੀ ਸਾਡੀ ਪਰਮਾਨੈਂਟ ਜਗ੍ਹਾ ਹੋਏਗੀ, ਸਾਡੀ ਧਰਤੀ ਦੇ ਉੱਪਰ, ਧਰਤੀ ਉੱਤੇ। ਇਸ ਲਈ ਮੈਂ ਕਹਿ ਰਿਹਾ ਸੀ ਸਵਰਗਾਂ ਦੇ ਸਿਰਫ ਸਾਡੇ ਸਾਲ ਕਿ ਰੱਬ ਸਵਰਗ ਨੂੰ ਧਰਤੀ ਤੇ ਲੈ ਕੇ ਆਉਣਾ ਚਾਹੁੰਦਾ। ਹਾਂਜੀ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਆਪ ਦੇ ਵਚਨ ਦੇ ਲਈ। ਜੋ ਕੁਝ ਵੀ ਪਵਿੱਤਰ ਆਤਮਾ ਦੁਆਰਾ ਪੜ੍ਹਿਆ ਗਿਆ, ਬੋਲਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ, ਉਹ ਸਾਡੇ ਅੰਦਰ ਵਸ ਜਾਏ ਪਰਮੇਸ਼ਰ ਪਿਤਾ, ਔਰ ਉਸ ਨੂੰ ਸ਼ੈਤਾਨ ਚੁਰਾ ਨਾ ਸਕੇ। ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ, ਤਾਂ ਕਿ ਚੋਰ ਚੋਰੀ ਨਾ ਕਰ ਸਕੇ, ਇਸ ਵਿੱਚ ਕੋਈ ਹੇਰਾਫੇਰੀ ਨਾ ਕਰ ਸਕੇ, ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ।